ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਕਹਾਣੀ ਦੇ ਨਾਲ। ਪਿੰਡ ਦੀ ਫਿਰਨੀ ਤੋਂ ਖੇਤਾਂ ਵਿੱਚ ਸਰਦਾਰਾਂ ਦੀ ਹਵੇਲੀ ਸਾਫ਼ ਦਿਖਾਈ ਦਿੰਦੀ। ਸਾਰੀ ਉਮਰ ਬਾਪੂ ਸਰਦਾਰਾਂ ਦੇ ਹੀ ਸੀਰ ਲੈਂਦਾ। ਆਖਰਕਾਰ ਅਧਰੰਗ ਦੇ ਦੌਰੇ ਨਾਲ ਮੰਜੇ ਤੇ ਢਹਿ ਢੇਰੀ ਹੋ ਗਿਆ। ਇੱਕ ਪਾਸਾ ਮਾਰਿਆ ਗਿਆ ਤੇ ਚੜ੍ਹਦੀ ਉਮਰੇ ਸੀਰੀ ਵਾਲੀ ਪੰਜਾਲੀ ਆਣ ਮੇਰੇ ਮੋਢਿਆਂ ਤੇ ਪੈ ਗਈ। ਬਾਪੂ ਨੇ ਤਾਂ ਬਥੇਰਾ ਕਹਿਣਾ ਕਿ ਪੜ੍ਹ ਲੈ 4 ਅੱਖਰ, ਕੋਈ ਹੱਥੀਂ ਕੰਮ ਕਾਰ ਸਿੱਖ ਲੈ, ਖੁਰਲੀਆਂ ਵਿੱਚ ਤਾਂ ਹੱਥ ਜਦੋਂ ਮਰਜ਼ੀ ਮਾਰ ਲਵੋ। ਪਰ ਕਿੱਥੇ ਕੋਈ ਰੋਕਣ ਟੋਕਣ ਤੇ ਸਮਝਾਉਣ ਵਾਲਾ ਹੈ ਹੀ ਨਹੀਂ ਸੀ। ਪਿੰਡ ਤੋਂ ਚੜ੍ਹਦੇ ਵਾਲੇ ਪਾਸੇ ਪੈਂਦੀ 1.5 ਮੀਲ ਦੂਰ ਵੱਡੀ ਨਹਿਰ ਤੇ ਦਿਨ ਚੜ੍ਹਦਿਆਂ ਹੀ ਬੇਬੇ ਸੁੱਕਾ ਬਾਲਣ ਲੈਣ ਚਲੀ ਜਾਂਦੀ। ਬਾਪੂ ਤਾਂ ਮੇਰੇ ਸੁੱਤੇ ਪਏ ਹੀ ਸਰਦਾਰਾਂ ਦੀ ਹਵੇਲੀ ਜਾ ਪੜਦਾ। ਕਈ ਵਾਰ ਪਿੰਡ ਵਿਚਲੇ ਸਕੂਲੋਂ ਮਾਸਟਰ ਬਾਪੂ ਨੂੰ ਲਾਂਭਾ ਜਿਹਾ ਦਿੰਦਾ, ਬੰਤ ਸਿਉਂ ਤੇਰਾ ਮੁੰਡਾ ਮਹੀਨੇ ਵਿੱਚ ਮਸਾਂ 3-4 ਦਿਨ ਹੀ ਸਕੂਲ ਆਉਂਦਾ। ਜੇ ਆਹੀ ਕਰਦਾ ਰਿਹਾ ਸਵੇਰ ਤੋਂ ਲੈ ਸ਼ਾਮ ਤੱਕ ਹਵੇਲੀ ਦੇ ਕੰਮ ਮੱਤ ਮਾਰੀ ਰੱਖਦੇ। ਰਤਾ ਭਰ ਵੇਲ ਹੋਵੇ ਤਾਂ ਆਪਣੇ ਟੱਬਰ ਬਾਰੇ ਸੋਚੋ। ਅਖੀਰ ਹੌਲੀ ਹੌਲੀ ਮਾਸਟਰ ਨੇ ਵੀ ਲਾਂਭਾ ਦੇਣਾ ਬੰਦ ਕਰ ਦਿੱਤਾ। ਕਦੇ ਬੇਬੇ ਨਾਲ ਨਹਿਰ ਤੇ ਬਾਲਣ ਚੋਲ ਚਲੇ ਜਾਣਾ ਤੇ ਕਦੇ ਬਾਪੂ ਨਾਲ ਸਰਦਾਰਾਂ ਦੀ ਹਵੇਲੀ। ਹਵੇਲੀ ਦੇ ਨਾਲ ਹੀ ਪਸ਼ੂਆਂ ਦਾ ਵੱਡਾ ਸਰਵਾੜਾ। ਸਵੇਰ ਹੁੰਦਿਆਂ ਹੀ ਬਾਪੂ ਹਵੇਲੀ ਅੱਪੜ ਪਹਿਲਾਂ ਬਾੜੇ ਦਾ ਕੁੰਡਾ ਹੀ ਖੋਲ੍ਹਦਾ। ਦੁਧਾਰੂ ਪਸ਼ੂਆਂ ਦੀ ਖੁਰਲੀਆਂ ਇੱਕ ਪਾਸੇ ਤੇ ਫੰਡਰਾਂ ਦੀਆਂ ਖੁਰਲੀਆਂ ਦੂਜੇ ਪਾਸੇ ਕੀਤੀਆਂ ਹੋਈਆਂ ਸੀ। ਜ਼ਿਆਦਾਤਰ ਦੁਧਾਰੂ ਪਸ਼ੂਆਂ ਦਾ ਹੀ ਖਾਸ ਧਿਆਨ ਰੱਖਿਆ ਜਾਂਦਾ। ਸਾਫ਼ ਸੁਥਰੀਆਂ ਖੁਰਲੀਆਂ ਤੇ ਦੁਧਾਰੂ ਪਸ਼ੂਆਂ ਨੂੰ ਬੰਨ੍ਹ ਹਰੇ ਚਾਰੇ ਦੇ ਟੋਕਰੇ ਭਰ ਭਰ ਸੁੱਟ ਦੇਣੇ। ਚਿੱਟੇ ਰੰਗ ਦੇ ਵੱਡੇ ਸਿੰਗਾਂ ਵਾਲੇ ਬਲਦ ਨੂੰ ਵੀ ਅਚੇਚੇ ਤੌਰ ਤੇ ਖੁਰਲੀ ਵਿੱਚ ਹਰਾ ਚਾਰਾ ਪਾਇਆ ਜਾਂਦਾ। ਉੱਚਾ ਲੰਮਾ ਕੱਦ, ਕਾਲੀਆਂ ਸ਼ਾਹ ਅੱਖਾਂ ਤੇ ਦੁੱਧ ਰੰਗਾ ਰੰਗ। ਬਾਪੂ ਵੀ ਜਿਵੇਂ ਬਲਦ ਵੱਲ ਖਾਸਾ ਧਿਆਨ ਦਿੰਦਾ। ਹੌਲੀ ਹੌਲੀ ਮੈਨੂੰ ਵੀ ਹਵੇਲੀ ਆਉਣ ਦਾ ਭੁੱਸ ਜਿਹਾ ਪੈ ਗਿਆ। ਅਕਸਰਕਾਰ ਬਾਪੂ ਨਾਲ ਬਲਦ ਵਾਲੀ ਰੇਹੜੀ ਜੋੜ ਖੇਤੋਂ ਪੱਠੇ ਲੈਣ ਚਲੇ ਜਾਣਾ। ਰੇਹੜੀ ਤੇ ਬੈਠਿਆਂ ਮੈਂ ਚਿੱਟੇ ਬਲਦ ਦੀ ਪੂਛ ਨੂੰ ਮਰੋੜ ਦੇਣਾ ਤਾਂ ਇੰਜ ਮਹਿਸੂਸ ਹੋਣਾ ਜਿਵੇਂ ਬਲਦ ਨੂੰ ਖੰਭ ਲੱਗ ਗਏ ਹੋਣ। ਸਾਰਾ ਦਿਨ ਹੱਸਦੇ ਖੇਡਦੇ ਦਿਨ ਲੰਘਣਾ ਤੇ ਸਰਦਾਰਾਂ ਦੀ ਹਵੇਲੀ ਵਿੱਚੋਂ ਖਾਣ ਲਈ ਭਾਂਤ ਭਾਂਤ ਦੇ ਖਾਣੇ। ਅਸਲ ਵਿੱਚ ਬਾਪੂ ਨਾਲ ਹਵੇਲੀ ਆਉਣ ਦਾ ਇਹ ਵੀ ਕਾਰਨ ਸੀ ਕਿ ਘਰ ਵਿੱਚ ਰੋਜ਼ ਅਚਾਰ ਨਾਲ ਸੁੱਕੀਆਂ ਰੋਟੀਆਂ ਖਾਣ ਨੂੰ ਰਤਾ ਰੂਹ ਨਾ ਕਰਦੀ। ਸਮੇਂ ਨੇ ਕਦੋਂ ਪਾਸਾ ਪਲਟਿਆ ਪਤਾ ਹੀ ਨਹੀਂ ਲੱਗਿਆ। ਪਰ ਜਵਾਨੀ ਦੇ ਕਿੰਨੇ ਹੀ ਸੁਪਨੇ ਉਸ ਸਰਦਾਰਾਂ ਦੀ ਹਵੇਲੀ ਦੇ ਨਾਲ ਲੱਗਦੇ ਬਾੜੇ ਵਿੱਚ ਦਫਨ ਹੋ ਗਏ। ਬਾਪੂ ਥੋੜ੍ਹਾ ਢਿੱਲਾ ਮੱਠਾ ਜਿਹਾ ਰਹਿਣ ਲੱਗਿਆ ਤੇ ਬੇਬੇ ਤੋਂ ਵੀ ਹੁਣ ਘਰ ਦੇ ਕੰਮ ਨਹੀਂ ਸੀ ਹੁੰਦੇ। ਹਲੇ ਚੰਗੀ ਤਰ੍ਹਾਂ ਦਾੜ੍ਹੀ ਮੁੱਛ ਵੀ ਨਹੀਂ ਸੀ ਫੁੱਟੀ ਕਿ ਮਜਬੂਰੀ ਵਸ ਘਰਦਿਆਂ ਨੇ ਵਿਆਹ ਕਰ ਦਿੱਤਾ। ਖੈਰ ਰੋਟੀ ਟੁੱਕ ਦੀ ਫਿਕਰ ਤਾਂ ਮੁੱਕ ਗਈ ਸੀ। ਜੋ ਕੰਮ ਸਰਦਾਰਾਂ ਦੀ ਹਵੇਲੀ ਬਾਪੂ ਸ਼ੌਂਕ ਨਾਲ ਕਰਦਾ ਸੀ, ਅੱਜ ਉਹ ਮਜਬੂਰੀ ਵੀ ਬਣ ਗਏ ਸੀ ਤੇ ਰੋਟੀ ਦਾ ਹੀਲਾ ਵਸੀਲਾ ਵੀ। ਮਿੰਦੋ ਵੀ ਨਿਰੀ ਮਾਂ ਵਰਗੀ ਹੀ ਨਿਕਲੀ। ਸਾਰਾ ਦਿਨ ਸਿਰ ਸੁੱਟ ਕੇ ਘਰ ਦੇ ਕੰਮ ਕਰੀ ਜਾਣੇ। ਕਾਨਿਆਂ ਦੀਆਂ ਚੌਂਦੀਆਂ ਛੱਤਾਂ ਵਿੱਚੋਂ ਨਿਕਲ ਫੇਰ ਕਾਨਿਆਂ ਦੀਆਂ ਚੌਂਦੀ ਛੱਤ ਥੱਲੇ ਹੀ ਆਣ ਬੈਠੀ। ਪਰ ਕਦੇ ਵੀ ਕੋਈ ਗਿਲਾ ਨਹੀਂ ਕੀਤਾ। ਪਰ ਕਦੇ ਕਦੇ ਉਹ ਪੜ੍ਹੇ ਲਿਖਿਆਂ ਵਾਂਗ ਗੱਲਾਂ ਕਰਦੀ ਤਾਂ ਮੈਂ ਹੈਰਾਨ ਹੋ ਜਾਣਾ। ਆਉਣ ਵਾਲੇ ਸਮੇਂ ਨੂੰ ਸੋਚ ਗਹਿਰ ਗੰਭੀਰ ਹੁੰਦੀ। ਗੁਰੂ ਘਰ ਬਾਬਾ ਬੋਲਣ ਤੋਂ ਪਹਿਲਾਂ ਹੀ ਮਿੰਦੋ ਚੁੱਲ੍ਹੇ ਚੌਕੇ ਜਾ ਵੜਦੀ। ਚਾਹ ਬਾਟੀ ਵਿੱਚ ਪਾ ਆਹ ਲੂਣ ਦੀ ਚਾਹ ਦੀ ਘੁੱਟ ਪੀ ਸਵਖਤੇ ਹੀ ਸਾਈਕਲ ਲੈ ਤਾਰਿਆਂ ਦੀ ਲੋਏ ਖੇਤਾਂ ਵਾਲੀ ਡੰਡੀ ਜਾ ਚੜ੍ਹਦਾ। ਕਿੰਨਾ ਚਿਰ ਅਤਾਂ ਨੂੰ ਮੂੰਹ ਚੱਕ ਤਾਰਿਆਂ ਨੂੰ ਨਿਹਾਰਦਾ। ਭਲਾ ਇਹ ਟੁੱਟਦੇ ਤਾਰੇ ਕਿਵੇਂ ਕਿਸਮਤ ਬਦਲਦੇ ਆ। ਬਾਪੂ 12 ਵਰ੍ਹੇ ਮੰਜੇ ਤੇ ਪਿਆ ਰਿਹਾ। ਸਰਦਾਰਾਂ ਤੋਂ ਉਧਾਰ ਫੜ ਫੜ ਪੈਸੇ ਇਲਾਜ ਕਰਵਾਇਆ। ਬਾਪੂ ਤਾਂ ਠੀਕ ਹੋਇਆ ਨਹੀਂ, ਪਰ ਕਰਜ਼ਾ ਇੰਨਾ ਕੁ ਚੜ੍ਹ ਗਿਆ ਕਿ ਬਾਪੂ ਵਾਂਗ ਸਾਰੀ ਉਮਰ ਸਰਦਾਰਾਂ ਦਾ ਸੀਰੀ ਬਣ ਕੇ ਹੀ ਰਹਿ ਗਿਆ। ਸਮਾਂ ਬੀਤਿਆ। ਪਹਿਲਾਂ ਬਾਪੂ ਗੁਜ਼ਰ ਗਿਆ ਤੇ ਫੇਰ ਸਾਈਕਲ ਨੂੰ ਜ਼ੋਰ ਦੀ ਪੈਡਲ ਮਾਰਿਆ। ਚੰਨ ਚਾਨਣੀ ਰਾਤ ਵਿੱਚ ਹਵੇਲੀ ਕਿਸੇ ਬਰਫ਼ ਦੇ ਦਾਨਵ ਵਰਗੀ ਲੱਗਦੀ। ਸਾਰਾ ਦਿਨ ਖੇਤ ਦੇ ਕੰਮ, ਪਸ਼ੂਆਂ ਨੂੰ ਪੱਠੇ ਤੇ ਹਵੇਲੀ ਦੇ ਹੋਰ ਕਿੰਨੇ ਸਾਰੇ ਨਿੱਕੇ ਮੋਟੇ ਕੰਮ ਕਰਦਿਆਂ ਕਦੋਂ ਸ਼ਾਮ ਹੋ ਜਾਂਦੀ ਪਤਾ ਹੀ ਨਹੀਂ ਲੱਗਦਾ। ਮਿੰਦੋ ਹੱਥ ਦੀ ਵੀ ਬੜੀ ਸੁਚੱਜੀ ਸੀ। ਕਈ ਵਾਰ ਉਹਨੇ ਆਖਿਆ ਕਿ ਮੈਂ ਸਿਲਾਈ ਕਢਾਈ ਦਾ ਕੰਮ ਸਿੱਖਿਆ ਹੋਇਆ ਈ। ਜੇ ਕਿਧਰੇ ਕੱਪੜੇ ਸਿਉਣ ਵਾਲੀ ਹੱਥ ਮਸ਼ੀਨ ਦਾ ਪ੍ਰਬੰਧ ਹੋ ਜਾਵੇ ਤਾਂ ਮੈਂ ਵੀ ਘਰ ਬੈਠੀ ਕੰਮ ਕਰ ਲਵਾਂ। ਖੈਰ ਇੱਧਰੋਂ ਉੱਧਰੋਂ ਪੈਸੇ ਇਕੱਠੇ ਕਰ ਮਿੰਦੋ ਨੂੰ ਹੱਥ ਮਸ਼ੀਨ ਲਿਆ ਦਿੱਤੀ। ਮੈਂ ਸਾਰਾ ਦਿਨ ਹਵੇਲੀ ਕੰਮ ਕਰਦਾ ਤੇ ਮਿੰਦੋ ਘਰੇ ਕੱਪੜੇ ਸਿਉਂਦੀ ਰਹਿੰਦੀ। ਬੇਬੇ ਬਾਪੂ ਦੇ ਜਾਣ
ਤੋਂ ਬਾਅਦ ਘਰ ਸੁੰਨਾ ਜਿਹਾ ਹੋ ਗਿਆ ਸੀ, ਪਰ ਵਿਆਹ ਦੇ 2 ਸਾਲ ਬਾਅਦ ਵੀ ਸੁੰਨੇ ਜਿਹੇ ਘਰ ਵਿੱਚ ਕਿਲਕਾਰੀਆਂ ਗੂੰਜਣ ਲੱਗੀਆਂ। ਮੇਰੇ ਲਈ ਵੀ ਜਿਵੇਂ ਜ਼ਿੰਦਗੀ ਦਾ ਕੋਈ ਨਵਾਂ ਦੌਰ ਸ਼ੁਰੂ ਹੋ ਗਿਆ ਹੋਵੇ। ਹੁਣ ਤਾਂ ਜਿਸ ਫੁਰਤੀ ਨਾਲ ਹਵੇਲੀ ਜਾਣਾ, ਉਨੀ ਹੀ ਫੁਰਤੀ ਨਾਲ ਵਾਪਸ ਆਉਣ ਦੀ ਕਾਹਲ ਜਿਹੀ ਕਰਨੀ। ਦਿਨ ਬੜੇ ਸੌਖੇ ਬਤੀਤ ਹੋਣ ਲੱਗੇ ਤੇ ਹੌਲੀ-ਹੌਲੀ ਸਿਰੋਂ ਕਰਜ਼ਾ ਵੀ ਉਤਾਰ ਦਿੱਤਾ। ਸਮੇਂ ਦਾ ਗੇੜ ਜਿਵੇਂ ਫਿਰ ਤੋਂ ਅਤੀਤ ਨੂੰ ਦੁਹਰਾਉਣ ਲਈ ਪੱਬਾਂ ਭਾਰ ਹੋਇਆ ਖੜਾ ਸੀ। ਘਰ ਵਿੱਚ ਜਨਮੇ ਪੁੱਤਰ ਦੀ ਹਰ ਜਾਇਜ਼-ਨਜਾਇਜ਼ ਮੰਗ ਪੂਰੀ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਮੇਰੇ ਵਾਂਗ ਮੇਰੀਆਂ ਹੀ ਰਾਹਾਂ 'ਤੇ ਚੱਲ ਪਿਆ। ਫਿਰ ਤੂੰ ਪਿੰਡ ਵਿਚਲੇ ਸਕੂਲ ਵਿੱਚੋਂ ਮਾਸਟਰ ਉਲਾਂਭਾ ਦਿੰਦਾ, ਜਿਵੇਂ ਮੈਂ ਬਾਪੂ ਦੇ ਮਗਰ ਹਵੇਲੀ ਜਾਂਦਾ, ਉਵੇਂ ਉਹ ਵੀ ਜਾਂਦਾ ਤੇ ਬਲਦ ਦੀਆਂ ਪੂਛਾਂ ਮਰੋੜਦਾ ਖੁਸ਼ ਹੁੰਦਾ। ਉਹ ਵੀ ਮਹੀਨੇ ਵਿੱਚ 3-4 ਦਿਨ ਸਕੂਲ ਜਾਂਦਾ। ਮਿੰਦੋ ਬਥੇਰਾ ਸਮਝਾਉਂਦੀ ਪਰ ਨਾ ਸਮਝਦਾ। ਸਵੇਰੇ ਮਿੰਦੋ ਨੇ ਰੋਜ਼ ਦੀ ਤਰ੍ਹਾਂ ਚਾਹ ਤਾਂ ਬਣਾ ਲੈਣੀ, ਪਰ ਪੀਣ ਨੂੰ ਰਤਾ ਰੂਹ ਨਾ ਕੀਤੀ। ਸਵੇਰ ਦੇ 7 ਵੱਜ ਗਏ ਤਾਂ ਕਿਸੇ ਨੇ ਆਣ ਬੂਹਾ ਖੜਕਾਇਆ। ਜਾ ਦੇਖਿਆ ਤਾਂ ਬੂਹੇ 'ਤੇ ਨੇਕ ਠੇਕੇਦਾਰ ਖੜਾ ਸੀ। ਕਰਮ ਸਿਉਂ ਆ ਰਾਤੀ ਸਰਦਾਰਾਂ ਦੀ ਹਵੇਲੀ ਤੋਂ ਸੁਨੇਹਾ ਆਇਆ ਸੀ, ਕਹਿੰਦੇ ਬਲਦ ਮਰ ਗਿਆ। ਉਹ ਚੁੱਕਣਾ ਤੇ ਨਾਲੇ ਸਰਦਾਰਾਂ ਨੇ ਕਿਹਾ ਸੀ ਕਿ ਆਉਂਦੇ ਹੋਏ ਕਰਮੂ ਨੂੰ ਨਾਲ ਹੀ ਲੈ ਆਵੀਂ। ਮਨ ਬੜਾ ਉਦਾਸ ਹੋਇਆ। ਉੱਚਾ ਲੰਮਾ ਕੱਦ, ਕਾਲੀਆਂ ਅੱਖਾਂ, ਚਿੱਟਾ ਦੁੱਧ ਰੰਗਾ ਰੰਗ, ਵੱਡੇ ਸਿੰਗਾਂ ਵਾਲਾ ਉਹ ਬਲਦ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਾ। ਹਵੇਲੀ ਪਹੁੰਚਦਿਆਂ ਤਾਂ ਬਲਦ ਗੋਹੇ ਵਿੱਚ ਲੱਥ-ਪੱਥ ਹੋਇਆ ਪਿਆ ਸੀ। ਸ਼ਾਇਦ ਜ਼ਿੰਦਗੀ ਤੇ ਮੌਤ ਦੇ ਵਿਚਕਾਰਲੇ ਕੁਝ ਪਲਾਂ ਨਾਲ ਜੂਝਿਆ ਹੋਵੇਗਾ। ਚਿੱਟਾ ਦੁੱਧ ਰੰਗਾ ਰੰਗ ਕਾਲਾ ਪੈਣ ਲੱਗਿਆ। ਚਿੱਟੇ ਪਿੰਡੇ ਤੇ ਮੱਖੀਆਂ ਦੀ ਪਨਹਾਟ ਵਧਣ ਲੱਗੀ। ਮੈਨੂੰ ਯਾਦ ਹੈ, ਜਦ ਸ਼ੌਂਕ ਨਾਲ ਮੈਂ ਮੇਲੇ ਤੋਂ ਲਿਆ ਟੱਲੀ ਇਸ ਦੇ ਗਲ ਵਿੱਚ ਬੰਨ੍ਹੀ ਸੀ, ਪਰ ਅੱਜ ਟੱਲੀ ਦੇ ਅੰਦਰਲਾ ਘੁੰਗਰੂ ਟੁੱਟ ਕੇ ਕਿਧਰੇ ਡਿੱਗ ਗਿਆ ਸੀ। ਨੇਕ ਠੇਕੇਦਾਰ ਨੇ ਉਹ ਟੱਲੀ ਉਤਾਰ ਖੁਰਲੀ 'ਤੇ ਰੱਖ ਦਿੱਤੀ। ਬੜੀ ਬੇਰਹਿਮੀ ਨਾਲ ਚਾਰੇ ਲੱਤਾਂ ਰੱਸਿਆਂ ਨਾਲ ਬੰਨ੍ਹ ਰੇਹੜੀ ਉੱਤੇ ਸੁੱਟ ਹੱਡਾ ਰੋੜੀ ਵੱਲ ਚਾਲੇ ਪਾ ਦਿੱਤੇ। ਸਾਰਾ ਦਿਨ ਮਰੇ ਜਿਹੇ ਮਨ ਨਾਲ ਕੰਮ ਕਰਦਾ ਰਿਹਾ। ਵਾਰ-ਵਾਰ ਮਨ ਵਿੱਚ ਇੱਕੋ ਖਿਆਲ ਆਉਂਦਾ ਕਿ ਇੱਕ ਗੁਲਾਮ ਦੀ ਇਹੋ ਜ਼ਿੰਦਗੀ ਏ। ਰਤਾ ਭਰ ਵੀ ਫਰਕ ਨਹੀਂ ਪਸ਼ੂਆਂ ਤੇ ਇਨਸਾਨਾਂ ਵਿੱਚ। ਬੰਦੇ ਦੇ ਪਸ਼ੂ ਦੀ ਕੀਮਤ ਉਸ 'ਤੇ ਗੁਣਾ ਕਰਕੇ ਹੀ ਤਾਂ ਪੈਂਦੀ ਏ, ਜਿਵੇਂ ਦੁਧਾਰੂ ਪਸ਼ੂਆਂ ਨੂੰ ਹਰਾ ਚਾਰਾ ਤੇ ਫੰਡਰਾਂ ਨੂੰ ਸੁੱਕੀ ਤੂੜੀ। ਸ਼ਾਮ ਢਲਦੇ ਸਰਦਾਰਾਂ ਦੀ ਹਵੇਲੀ ਇੱਕ ਵੱਡਾ ਕੈਂਟਰ ਆਣ ਰੁਕਿਆ। ਨਵਾਂ ਨਕੋਰ ਚਿੱਟੇ ਰੰਗ ਦਾ ਵੱਡੇ ਸਿੰਗਾਂ ਵਾਲਾ ਬਲਦ ਪਸ਼ੂਆਂ ਵਾਲੇ ਬਾੜੇ ਵਿੱਚ ਲਿਆ ਬੰਨ੍ਹ ਦਿੱਤਾ। ਖੁਰਲੀ 'ਤੇ ਪਈ ਘੰਟੀ ਨਵੇਂ ਬਲਦ ਦੇ ਗਲ ਵਿੱਚ ਬੰਨ੍ਹੀ ਗਈ। ਤਾਜ਼ੇ ਹਰੇ ਚਾਰੇ ਦੇ 2 ਟੋਕਰੇ ਖਾਣ ਲਈ ਖੁਰਲੀ ਵਿੱਚ ਖਿਲਾਰ ਦਿੱਤੇ ਗਏ। ਅਜੀਬ ਜਿਹਾ ਚੱਕਰਵਿਊਹ ਸਿਰਜਿਆ ਗਿਆ। ਕਦੇ-ਕਦੇ ਮਹਿਸੂਸ ਹੁੰਦਾ ਹੈ ਜਿਵੇਂ ਉਹ ਮਰ ਚੁੱਕਿਆ ਬਲਦ ਮੈਂ ਹੋਵਾਂ ਤੇ ਇਹ ਨਵਾਂ ਨਕੋਰ ਬਲਦ ਮੇਰਾ ਪੁੱਤ ਹੋਵੇ। ਢਲਦੀ ਸ਼ਾਮ ਦਾ ਗਾੜਾ ਹਨੇਰਾ ਮੇਰੇ ਧੁਰ ਅੰਦਰ ਤੱਕ ਪਸਰ ਗਿਆ। ਡਿੱਗਦਾ ਢਹਿੰਦਾ ਮਸਾਂ ਘਰ ਅੱਪੜਿਆ, ਜਿਵੇਂ ਕਿਸੇ ਨੇ ਪੈਰਾਂ ਵਿੱਚ ਸੰਗਲ ਬੰਨ੍ਹ ਦਿੱਤੇ ਹੋਣ। ਮੇਰੀ ਹੀ ਕਹਾਣੀ ਮੇਰੇ ਭਵਿੱਖ 'ਤੇ ਭਾਰੀ ਪੈਂਦੀ ਦਿਖਾਈ ਦੇਣ ਲੱਗੀ। ਸਾਰੀ ਰਾਤ ਇੱਕ ਟੁੱਕ ਤਾਰਿਆਂ ਵੱਲ ਵੇਖਦਾ ਰਿਹਾ। ਕਿੰਨੀ ਵੱਡੀ ਰਾਤ ਏ, ਕਾਸ਼ ਜਲਦੀ ਸੂਰਜ ਨਿਕਲ ਆਵੇ। ਆਖਰ ਕਿੰਨਾ ਕੁਝ ਸੋਚਦਿਆਂ ਕੁਝ ਪਲ ਲਈ ਅੱਖ ਜਿਹੀ ਲੱਗ ਗਈ। ਸਵੇਰ ਦੇ 8 ਵੱਜ ਗਏ ਸੀ। ਆਸੇ-ਪਾਸੇ ਤੱਕਿਆ ਤਾਂ ਮਿੰਦੋ ਘਰ ਨਹੀਂ ਸੀ। ਆਂਢ-ਗੁਆਂਢ ਪੁੱਛਿਆ ਤਾਂ ਪਤਾ ਚੱਲਿਆ ਕਿ ਉਹ ਪਿੰਡ ਵਿਚਲੇ ਸਕੂਲ ਵਿੱਚ ਗਈ ਹੋਈ ਏ। ਹੌਲੀ-ਹੌਲੀ ਸਕੂਲ ਅੱਪੜਿਆ ਤਾਂ ਸਾਹਮਣੇ ਦੇਖਿਆ ਕਿ ਮਿੰਦੋ ਕਾਗਜ਼ ਪੱਤਰ ਮਾਸਟਰਾਂ ਨੂੰ ਫੜਾ ਰਹੀ ਏ ਤੇ ਪੁੱਤ ਬੋਰਡ ਥੱਲੇ ਲੱਗੀ ਕਲਾਸ ਵਿੱਚ ਬੈਠਾ ਪੜ੍ਹ ਰਿਹਾ ਏ। ਸ਼ਾਇਦ ਕੋਈ ਸੁਪਨਾ ਹੀ ਹੋਵੇ। ਬਸ ਇੰਨਾ ਸੋਚਿਆ ਹੀ ਸੀ ਕਿ ਸਕੂਲ ਦੇ ਵੱਡੇ ਭੈਣ ਜੀ ਨੇ ਮੋਢੇ 'ਤੇ ਆਣ ਹੱਥ ਧਰਿਆ। ਭਾਈ ਕਰਮ ਸਿਉਂ, ਮਿੰਦੋ ਚਾਹੇ ਬਹੁਤੀ ਪੜ੍ਹੀ ਲਿਖੀ ਤੇ ਨਹੀਂ, ਪਰ ਸਿਲਾਈ ਕਢਾਈ ਦਾ ਕੰਮ ਬਹੁਤ ਵਧੀਆ ਕਰਦੀ ਏ। ਬਾਕੀ ਕੰਮਾਂ ਵਿੱਚ ਵੀ ਬਹੁਤ ਸਮਝਦਾਰ ਹੈ। ਮਿੰਦੋ ਬਸ ਇਸ ਕਰਕੇ ਹੁਣ ਮਿੰਦੋ ਸਕੂਲ ਵਿੱਚ ਵੀ ਕੰਮ ਕਰਿਆ ਕਰੇਗੀ। ਸਾਰੀ ਥਕਾਨ ਲੈ ਗਈ, ਜਿਵੇਂ ਪੈਰਾਂ ਵਿੱਚੋਂ ਸੰਗਲ ਟੁੱਟ ਗਏ ਹੋਣ। ਦੂਰੋਂ ਹੀ ਮਿੰਦੋ ਨਾਲ ਅੱਖ ਮਿਲਾਈ ਤਾਂ ਲੱਗਿਆ ਜਿਵੇਂ ਮਿੰਦੋ ਦੀਆਂ ਅੱਖਾਂ ਵਿੱਚ ਕੋਈ ਸੂਰਜ ਚੜ੍ਹ ਰਿਹਾ ਹੋਵੇ ਤੇ ਕਾਲੀ ਰਾਤ ਦੇ ਗਾੜੇ ਹਨੇਰੇ ਦਾ ਪਸਾਰਾ ਕਿਸੇ ਨਵੀਂ ਸਵੇਰ ਨੇ ਰੁਸ਼ਨਾ ਦਿੱਤਾ ਹੋਵੇ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇੱਕ ਲਾਈਕ ਕਹਾਣੀ ਨੂੰ ਜ਼ਰੂਰ ਦੇਣਾ। ਧੰਨਵਾਦ।